ਅੱਜ ਦੀ ਕਹਾਣੀ ਹੈ ਜੀ ਬੁੜੀ ਦੀ ਅਕਲ। ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਕਿਸੇ ਛੋਟੇ ਜਿਹੇ ਪਿੰਡ ਸਾਧੋ ਨਾਮ ਦੀ ਇੱਕ ਔਰਤ ਰਹਿੰਦੀ ਸੀ। ਉਸ ਦੇ ਸਿਰ ਦੇ ਸਾਈਂ ਨੂੰ ਅਜਿਹਾ ਤਾਪ ਚੜ੍ਹਿਆ ਜਿਹੜਾ ਉਸ ਨੂੰ ਨਾਲ ਹੀ ਲੈ ਗਿਆ। ਬੁੜੀ ਨੇ ਬੜੀਆਂ ਮੁਸੀਬਤਾਂ ਨਾਲ ਆਪਣੇ ਪੁੱਤ ਮਾੜੂ ਨੂੰ ਪਾਲਿਆ। ਵੱਡੇ ਹੋਏ ਨੂੰ ਉਸਨੇ ਆਪਣੇ ਵਰਗੇ ਹੀ ਕਿਸੇ ਹੋਰ ਘਰ ਵਿਆਹ ਲਿਆ। ਹੁਣ ਤਾਂ ਬਸ ਉਸ ਦੀ ਇੱਕੋ ਇੱਕ ਅਰਜ਼ੋਈ ਸੀ ਕਿ ਉਸਦੇ ਪੁੱਤ ਦੇ ਘਰ ਪੁੱਤ ਜੰਮ ਪਵੇ, ਫਿਰ ਭਾਵੇਂ ਰੱਬ ਉਸਨੂੰ ਸਵੇਰੇ ਹੀ ਬੁਲਾ ਲਵੇ। ਉਹ ਮਰਨ ਤੋਂ ਪਹਿਲਾਂ ਪੋਤਰੇ ਦਾ ਮੂੰਹ ਦੇਖ ਜਾਵੇ ਬਸ। ਪਰ ਜੋ ਕੁਦਰਤ ਨੂੰ ਭਾਵੇ। ਸਾਧੋ ਦੀ ਨੂੰਹ ਤਾਂ ਨਿਰੀ ਅੱਗ ਦੀ ਨਾਲ ਸੀ। ਉਸਦਾ ਵੀ ਪਿਓ ਜਵਾਨ ਹੋਈ ਤੋਂ ਹੀ ਮਰ ਗਿਆ ਸੀ। ਇਹ ਗੱਲ ਉਸ ਉੱਪਰ ਪੂਰੀ ਢੁੱਕਦੀ ਸੀ ਕਿ ਮੱਝ ਮੰਡੀ ਦੀ ਤੇ ਧੀ ਰੰਡੀ ਦੀ ਕੋਈ ਹੀ ਸਲੱਗ ਨਿਕਲਦੀ ਹੈ। ਸੋ ਉਹ ਨਿੱਕੀ ਨਿੱਕੀ ਗੱਲ ਤੇ ਘਰ ਵਿੱਚ ਕਲੇਸ਼ ਪਾਈ ਰੱਖਦੀ। ਬਿਨਾਂ ਗੱਲ ਤੋਂ ਘਰ ਵਿੱਚ ਭਾਂਡੇ ਭੰਨਦੀ ਰਹਿੰਦੀ। ਅਖੀਰ ਇੱਕ ਦਿਨ ਸਾਧੋ ਨੇ ਮਾੜੂ ਨੂੰ ਆਖਿਆ ਕਿ ਪੁੱਤ ਮੈਨੂੰ ਖੇਤ ਕੁੱਲੀ ਬਣਾ ਦੇ। ਰਹਿੰਦੀ ਉਮਰ ਮੈਂ ਉੱਥੇ ਭੋਗ ਲਊਂ, ਬਸ ਤੂੰ ਮੈਨੂੰ 2 ਵੇਲੇ ਦੀ ਰੋਟੀ ਦੇ ਆਇਆ ਕਰੀਂ। ਸਾਰਾ ਦਿਨ ਮੈਂ ਉੱਥੇ ਵਿਹਲੀ ਬੈਠੀ ਨੇ ਕੀ ਕਰਨਾ, ਇੱਕ ਚਰਖਾ ਵੀ ਦੇ ਆਈ, ਮੈਂ ਸੂਤ ਕੱਤ ਲਿਆ ਕਰੂੰਗੀ। ਮਾਂ ਦੀ ਗੱਲ ਸੁਣ ਕੇ ਮਾੜੂ ਅੱਖਾਂ ਭਰ ਆਇਆ। ਇੱਕ ਪਾਸੇ ਤੀਵੀਂ, ਦੂਜੇ ਪਾਸੇ ਮਾਂ, ਵਿਚਾਰਾ ਚੱਕੀ ਦੇ ਵਿੱਚ ਪੂਰਾ ਵਿਚਕਾਰ ਫਸਿਆ ਹੋਇਆ ਕਿੱਧਰ ਜਾਵੇ। 13 ਤਾਰੀ ਤੀਵੀਂ ਨੇ ਫਿਰ ਚਰਿੱਤਰ ਖੇਡਿਆ। ਲੋ ਇਹ ਕਿਹੜਾ ਕਿਧਰੇ ਚੱਲੀ ਹੈ, ਆਪਣਾ ਖੇਤ ਹੈ, ਆਥਣ ਸਵੇਰੇ ਮਿਲ ਲੈਣਾ। ਕਰਦੇ ਵਿਚਾਰੀ ਦੀ ਆਖਰੀ ਇੱਛਾ ਪੂਰੀ। ਫਿਰ ਸਾਰਾ ਦਿਨ ਬੁੜੀ ਦੇ ਚਰਖੇ ਦੀ ਘੂਕਰ ਪੈਂਦੀ ਰਹਿੰਦੀ। ਸਵੇਰੇ ਸ਼ਾਮ ਮਾੜੂ ਰੋਟੀ ਟੁੱਕ ਫੜਾ ਆਉਂਦਾ। ਇੱਕ ਹਨੇਰੀ ਰਾਤ ਦੀ ਗੱਲ ਹੈ ਕਿ ਬੁੜੀ ਨੂੰ ਨੀਂਦ ਨਹੀਂ ਆ ਰਹੀ ਸੀ। ਉਹ ਸੋਚਾਂ ਵਿੱਚ ਗੁੰਮ-ਸੁੰਮ ਬੈਠੀ ਸੀ। ਅਚਾਨਕ ਕਿਧਰੋਂ ਬੜਾ ਤੇਜ਼ ਝੱਖੜ ਚੱਲ ਪਿਆ। ਮਗਰੇ ਹੀ ਬਹੁਤ ਤੇਜ਼ ਮੀਂਹ ਵਰ ਪਿਆ। ਸ਼ਿਵਜੀ ਤੇ ਪਾਰਬਤੀ ਉੱਡੇ ਜਾ ਰਹੇ ਸਨ। ਕੁੱਲੀ ਵੇਖ ਕੇ ਉਹ 2 ਘੜੀਆਂ ਝੱਖੜ ਤੇ ਮੀਂਹ ਤੋਂ ਬਚਣ ਦੇ ਮਾਰੇ ਛੰਨ ਦੀ ਓਟ ਲੈ ਕੇ ਖਲੋ ਗਏ। ਚੱਲ ਇੰਦਰ ਦੇਵਤਾ ਮੂਹਰੇ ਕਿਹਦਾ ਜ਼ੋਰ, ਜਦ ਮੀਂਹ ਹਟ ਗਿਆ ਤੁਰ ਪਵਾਂਗੇ। ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਉਹ ਹੌਲੀ ਹੌਲੀ ਗੱਲਾਂ ਕਰ ਰਹੇ ਸਨ। ਜਦ ਬੁੜੀ ਦੇ ਕੰਨਾਂ ਆਵਾਜ਼ ਪਈ ਤਾਂ ਉਸਨੇ ਅੰਦਰ ਆਉਣ ਲਈ ਕਿਹਾ, ਵੇ ਪੁੱਤ ਅੰਦਰ ਆ ਜਾਓ, ਬਾਹਰ ਮੀਂਹ ਵਿੱਚ ਖੜੇ ਕਿਉਂ ਭਿੱਜਦੇ ਹੋ। ਸ਼ਿਵਜੀ ਤੇ ਪਾਰਬਤੀ ਸਧਾਰਨ ਮਨੁੱਖਾਂ ਵਾਲਾ ਭੇਸ ਧਾਰਨ ਕਰਕੇ ਅੰਦਰ ਲੰਘ ਆਏ। ਬੁੜੀ ਨੇ ਉਹਨਾਂ ਨੂੰ ਅੱਗ ਬਾਲ ਕੇ ਦਿੱਤੀ। ਜੋ ਅੰਦਰ ਰੁੱਖਾ ਮਿੱਸਾ ਪਿਆ ਸੀ ਉਹਨਾਂ ਅੱਗੇ ਖਾਣ ਲਈ ਧਰਿਆ। ਜਦ ਝੱਖੜ ਤੇ ਮੀਂਹ ਨੇ ਪਿੱਠ ਦਿਖਾਈ ਤਾਂ ਉਹਨਾਂ ਬੁੜੀ ਦਾ ਧੰਨਵਾਦ ਕੀਤਾ ਤੇ ਤੁਰ ਪਏ। ਥੋੜ੍ਹੀ ਦੂਰ ਜਾ ਕੇ ਉਹ ਆਪਣੀ ਅਸਲੀ ਰੂਪ ਵਿੱਚ ਫਿਰ ਆ ਗਏ। ਜਦ ਉੱਡਣ ਲੱਗੇ ਤਾਂ ਪਾਰਬਤੀ ਕਹਿਣ ਲੱਗੀ, ਸਵਾਮੀ ਜੀ ਇਸਨੇ ਸਾਡੀ ਬੜੀ ਸੇਵਾ ਕੀਤੀ ਹੈ, ਕੋਈ ਵਰਦਾਨ ਹੀ ਦੇ ਜਾਓ। ਸ਼ਿਵਜੀ ਨੇ ਕਿਹਾ, ਜਿਵੇਂ ਤੇਰੀ ਇੱਛਾ। ਇਸ ਦਾ ਛੰਨ ਦੀ ਥਾਂ ਮਹਿਲ ਪੈ ਜਾਵੇ। ਜਦ ਕੁੱਲੀ ਦੇ ਮਾਲਕਣ ਹੋ ਕੇ ਇੰਨੀ ਸੇਵਾ ਕਰ ਸਕਦੀ ਹੈ ਤਾਂ ਮਹਿਲ ਦੀ ਮਾਲਕਣ ਹੋ ਕੇ ਕਿੰਨੀ ਕਰ ਸਕਦੀ ਹੋਵੇਗੀ। ਇੰਨਾ ਆ ਕੇ ਉਹ ਉੱਡ ਗਏ। ਸਵੇਰ ਹੋਈ ਤਾਂ ਬੁੱਢੀ ਦੀ ਕੁੱਲੀ ਦੀ ਥਾਂ ਮਹਿਲ ਪੈ ਗਿਆ। ਉਸਨੂੰ ਸਮਝ ਵਿੱਚ ਦੇਰ ਨਾਲ ਲੱਗੀ ਕਿ ਰਾਤ ਵਾਲੇ ਯਾਤਰੀ ਜ਼ਰੂਰ ਰੱਬ ਦਾ ਰੂਪ ਸੀ। ਮਾੜੂ ਰੋਟੀ ਟੁੱਕ ਲੈ ਕੇ ਆਇਆ ਤਾਂ ਸਭ ਬਦਲਿਆ ਪਿਆ ਸੀ। ਬਾਈ ਮੇਰੀ ਮਾਂ ਦੀ ਕੁੱਲੀ ਕਿੱਧਰ ਗਈ ਤੇ ਆਹ ਰਾਤੋਂ ਰਾਤ ਕਿਹੜਾ ਮਹਿਲ ਖੜਾ ਕਰ ਗਿਆ। ਤਦ ਸਾਧੋ ਨੇ ਹਾਕ ਮਾਰੀ, ਆ ਜਾ ਪੁੱਤ, ਆਪਣਾ ਹੀ ਮਹਿਲ। ਰਾਤ ਵਾਲੀ ਵੀ ਗੱਲ ਦੱਸੀ। ਘਰ ਆ ਕੇ ਮਾੜੂ ਨੇ ਆਪਣੀ ਤੀਵੀਂ ਨੂੰ ਦੱਸਿਆ। ਲੇਖਾ ਮੇਟ ਨਾ ਕਹਿ ਸਕੀ ਜੋ ਲਿਖਿਆ ਕਰਤਾਰ। ਵੇਖ ਮੇਰੀ ਮਾਂ ਜਿਸ ਨੂੰ ਘਰੋਂ ਕੱਢਿਆ ਸੀ ਉਸ ਦੀ ਛੱਲ ਦੀ ਥਾਂ ਮਹਿਲ ਬਣ ਗਿਆ। ਨਾਲ ਹੀ ਜਿਵੇਂ ਹੀ ਮਹਿਲ ਬਣਿਆ ਇਹ ਵੇਰਵਾ ਦੇ ਦਿੱਤਾ। ਬਸ ਫਿਰ ਕੀ ਸੀ, ਉਹ ਲੱਗੀ ਰੋਣ ਪਿੱਟਣ, ਮੈਂ ਤਾਂ ਬਚਦੀ ਆਂ ਜੇ ਮੇਰੀ ਮਾਂ ਨੂੰ ਵੀ ਉੱਥੇ ਛੰਨ ਪਾ ਕੇ ਦੇਵੋ, ਨਹੀਂ ਮੈਂ ਚੱਲੀ ਆਂ ਪੇਕੇ। ਵਿਚਾਰਾ ਜੋਰੂ ਦਾ ਗੁਲਾਮ ਕੀ ਕਰ ਸਕਦਾ ਸੀ। ਉਸਨੇ ਸੱਸ ਨੂੰ ਵੀ ਖੇਤ 'ਚ ਕੁੱਲੀ ਪਾ ਦਿੱਤੀ। ਜਿੱਥੇ ਅੱਗੇ ਆਪਣੀ ਮਾਂ ਨੂੰ ਰੋਟੀ ਦੇਣ ਜਾਂਦਾ ਸੀ ਉੱਥੇ ਸੱਸ ਲਈ ਵੀ ਲੈ ਜਾਣ ਲੱਗ ਪਿਆ ਤੇ ਨਾਲ ਹੀ ਇੱਕ ਚਰਖਾ ਉਹਨੂੰ ਦੇ ਆਇਆ। ਇਸ ਤਰ੍ਹਾਂ ਇੱਕ ਦਿਨ ਫਿਰ ਹਨੇਰੀ ਆ ਗਈ। ਕੁਦਰਤੀ ਸ਼ਿਵਜੀ ਤੇ ਪਾਰਬਤੀ ਲੰਘ ਰਹੇ ਸਨ। ਹੇਠਾਂ ਉਤਰ ਕੇ ਨਵੀਂ ਬਣੀ ਹੋਈ ਕੁੱਲੀ ਦੀ ਓਟ ਲੈ ਕੇ ਖਲੋ ਗਏ।
ਆਪਸ ਵਿੱਚ ਘੁਸਰ ਮੁਸਰ ਕਰਦਿਆਂ ਨੂੰ ਕਿ ਜਲਦੀ ਸੱਸ ਨੇ ਸੁਣ ਲਿਆ। ਲੱਗ ਪਈ ਉਹ ਰੌਲਾ ਪਾਉਣ, ਕਿਹੜਾ ਹਰਾਮ ਦਾ ਮੇਰੀ ਕੁੱਲੀ ਨਾਲ ਖਲੋ ਜਾਂਦਾ, ਪਤਾ ਨਹੀਂ ਕਿਹੜਾ ਉਤਰਾ ਗਧੇ ਛੱਡ ਜਾਂਦਾ। ਵੇ ਮਰੋ ਪਰਾਂ ਜਾ ਕੇ, ਮੇਰੀ ਛੰਨ ਢਾਉਣੀ ਆ, ਦਫਾ ਹੋ ਜਾਓ ਇੱਥੋਂ। ਜਿੰਨਾ ਚਿਰ ਸ਼ਿਵਜੀ ਤੇ ਪਾਰਬਤੀ ਖੜੇ ਰਹੇ ਓਨਾ ਚਿਰ ਮਾੜੂ ਦੀ ਸੱਸ ਜੀਭ ਨੂੰ ਸਾਰੇ ਆਸਣ ਕਰਾਉਂਦੀ ਰਹੀ। ਜਦ ਮੀਂਹ ਹਨੇਰੀ ਹਟ ਗਈ ਤਾਂ ਉਹ ਜਾਣ ਲੱਗੇ ਤਾਂ ਪਾਰਬਤੀ ਕਹਿੰਦੀ, ਜੀ ਇਹਨਾਂ ਨੂੰ ਵੀ ਕੋਈ ਕੁਦਰਤੀ ਵਰ ਦੇ ਚਲਦੇ ਹਾਂ। ਸ਼ਿਵਜੀ ਮਹਾਰਾਜ ਕਹਿੰਦੇ, ਇਹ ਤਾਂ ਆਪਾਂ ਨੂੰ ਗਧੇ ਦੱਸਦੀ ਸੀ, ਗਧੀ ਹੋਵੇਗੀ ਇਹ ਆਪ। ਸਵੇਰੇ ਜਦ ਆਪਣੀ ਮਾਂ ਨੂੰ ਮਾੜੂ ਨੇ ਸੱਸ ਬਾਰੇ ਪੁੱਛਿਆ, ਪੁੱਤ ਉਹ ਰਾਤ ਫਿਰ ਆਏ ਸਨ, ਇਹ ਉਹਨਾਂ ਨੂੰ ਗਧੇ ਦੱਸ ਰਹੀ ਸੀ। ਉਹ ਇਸ ਨੂੰ ਸ਼ਰਾਪ ਦੇ ਗਏ। ਉਹ ਫਿਰਦੀ ਆ ਰੂੜੀਆਂ ਤੇ ਲਿਟਦੀ। ਘਰ ਆ ਕੇ ਉਸਨੇ ਆਪਣੀ ਵਹੁਟੀ ਨੂੰ ਦੱਸਿਆ ਕਿ ਤੇਰੀ ਮਾਂ ਤਾਂ ਸ਼ਰਾਪ ਨਾਲ ਗਧੀ ਬਣ ਗਈ। ਕਰ ਲੈ ਗੱਲ। ਮੂਰਖ ਹਕੀਮ ਚੁਤਰਾਈ, ਅਕਲ ਬਿਨਾ ਖੂਹ ਖਾਲੀ। ਟੁੱਟਾ ਆਂਡਾ ਭਰਮ ਦਾ ਨਿਕਲਿਆ। ਬੇਈਮਾਨ ਪਰ ਉਹ ਕਿੱਥੇ ਹਾਰ ਮੰਨਣ ਵਾਲੀ ਸੀ। ਤੁਸੀਂ ਦੋਵਾਂ ਨੇ ਰਲ ਕੇ ਮੇਰੀ ਮਾਂ ਤੋਂ ਬਦਲਾ ਲਿਆ। ਮੈਂ ਤਾਂ ਬਚਦੀ ਹਾਂ ਜੇਕਰ ਖੇਤ ਵਾਲਾ ਮਹਿਲ ਵਰਗਾ ਘਰ ਮੈਨੂੰ ਲੈ ਕੇ ਦੇਵੋ ਤੇ ਮਾਂ ਨੂੰ ਘਰੋਂ ਕੱਢ ਦੇਵੋ, ਨਹੀਂ ਤਾਂ ਮੈਂ ਘਰ ਛੱਡ ਕੇ ਚੱਲੀ ਜਾਣਾ ਹੈ। ਮਜਬੂਰ ਮਾੜੂ ਨੇ ਜਾ ਕੇ ਬੇਬੇ ਨੂੰ ਸਾਰੀ ਗੱਲ ਦੱਸੀ। ਮਾਂ ਬਣ ਕੇ ਮਹੀਨਾ ਕੁ ਕਿਧਰੇ ਆਸ-ਪਾਸ ਰਹਿ ਪੈ, ਜਦੋਂ ਤੱਕ ਮੈਂ ਇਸ ਨੂੰ ਸਮਝਾ ਲਊਂਗਾ। ਬੁੜੀ ਕਹਿੰਦੀ, ਪੁੱਤ ਕਪੁੱਤ ਹੋ ਸਕਦੇ ਨੇ, ਮਾਪੇ ਕੋ ਮਾਪੇ ਨਹੀਂ ਹੋ ਸਕਦੇ। ਤੂੰ ਇੰਜ ਕਰ, ਮੇਰਾ ਜਿਉਂਦੀ ਦਾ ਸਿਵਾ ਫੂਕ ਦੇ, ਤੇਰਾ ਰੋਜ਼-ਰੋਜ਼ ਦਾ ਸਿਆਪਾ ਮੁੱਕ ਜਾਊ। ਮਾਂ ਇਹ ਕਿਵੇਂ ਹੋ ਸਕਦਾ ਹੈ? ਲੋਕ ਕੀ ਆਖਣਗੇ? ਅੱਗੋਂ ਜਿਹੜਾ ਕੁਝ ਕਰਦਾ ਉਸ ਦੇ ਲਈ ਕਿਹੜਾ ਤੈਨੂੰ ਖੰਡ ਪਾਉਂਦੇ ਹੋਣੇ ਐ? ਇਹ ਗੱਲ ਤੇ ਉਸ ਦੇ ਵਿੱਚ ਬਹੁਤ ਫਰਕ ਹੈ। ਤੂੰ ਇੰਜ ਕਰ, ਹਰ ਰੋਜ਼ 10 ਕੁ ਪਾਥੀਆਂ ਸਿਵਿਆਂ ਵਿੱਚ ਸੁੱਟ ਆਇਆ ਕਰ। ਜਦ ਮੱਚਣ ਜੋਗੀਆਂ ਹੋ ਗਈਆਂ ਦੱਸ ਦੇਵੀਂ, ਤਦ ਤੱਕ ਰਹਿ ਲੈਣ ਦੇ ਘਰ ਵਾਲੀ ਨੂੰ। ਉਸਨੇ ਮਨਾ ਲਿਆ। ਉਹ ਹਰ ਰੋਜ਼ ਪਾਥੀਆਂ ਸੁੱਟ ਆਇਆ ਕਰੇ। ਜਦ ਗੱਡਾ ਕੁ ਪਾਥੀਆਂ ਦਾ ਹੋ ਗਿਆ ਤਦ ਮਾੜੂ ਦੀ ਮਾਂ ਨੂੰ ਆ ਕੇ ਕਿਹਾ, ਚੱਲ ਮਾਂ ਮੱਚਣ ਜੋਗੀਆਂ ਥਾਪੀਆਂ ਹੋ ਗਈਆਂ। ਜੀ ਤਾਂ ਨਹੀਂ ਕਰਦਾ ਪਰ ਮੈਨੂੰ ਤੀਵੀਂ ਟਿਕਣ ਨਹੀਂ ਦਿੰਦੀ। ਨਾ ਪੁੱਤ, ਦਿਲ ਛੋਟਾ ਨਾ ਕਰ, ਤੇਰੀ ਖੁਸ਼ੀ ਵਿੱਚ ਮੇਰੀ ਖੁਸ਼ੀ ਹੈ। ਉਸਨੇ ਇਸ਼ਨਾਨ ਕਰਕੇ ਚਿੱਟੇ ਕੱਪੜੇ ਪਾਏ ਤੇ ਮੂਹਰੇ ਲੱਗ ਕੇ ਤੁਰ ਪਈ। ਮਾੜੂ ਨੇ ਚਿਖਾ ਚਿਣ ਦਿੱਤੀ, ਮਾਂ ਤੂੰ ਉੱਪਰ ਪੈ ਜਾ, ਮੈਂ ਘਰ ਜਾ ਕੇ ਅੰਗਿਆਰੀ ਲੈ ਆਵਾਂ। ਪੁੱਤ ਹੱਸਦਾ ਵਸਦਾ ਰਹਿ, ਮਹਾਰਾਜ ਲੰਬੀ ਉਮਰ ਬਖਸ਼ੇ, ਪਰ ਮੈਨੂੰ ਆ ਕੇ ਨਾ ਬੁਲਾਈ, ਕਿਧਰੇ ਮੇਰਾ ਮਨ ਪਿਘਲ ਜਾਵੇ। ਅੱਗ ਲਾ ਕੇ ਚੁੱਪਚਾਪ ਮੁੜ ਜਾਵੀਂ। ਜਦ ਕਿ ਘਰ ਚਲਾ ਗਿਆ ਤਾਂ ਬੁੜੀ ਦਾ ਕਿਹੜਾ ਮਰਨ ਨੂੰ ਦਿਲ ਕਰਦਾ ਸੀ। ਉਹਨੇ ਚਿਖਾ ਉਂਝ ਹੀ ਚਿਣ ਦਿੱਤੀ ਜਿਵੇਂ ਕੋਈ ਪਿਆ ਹੁੰਦਾ ਹੈ। ਆਪ ਉਹ ਉੱਥੇ ਕਿਸੇ ਵੱਡੀ ਸਾਰੀ ਮੜੀ ਵਿੱਚ ਲੁਕ ਗਈ। ਮਾੜੂ ਅੱਗ ਲਾ ਕੇ ਵਾਪਸ ਮੁੜ ਗਿਆ। ਵਿਚਾਰਾ ਘਰ ਜਾ ਕੇ ਲੁਕ ਲੁਕ ਰੋਇਆ। ਚੰਦਰੀ ਤੀਵੀਂ ਨੇ ਮੇਰੀ ਮਾਂ ਖੋਹ ਲਈ, ਹਾਏ ਰੱਬਾ ਮੈਨੂੰ ਮਾਫ਼ ਕਰੀ। ਉੱਧਰ ਰਾਤ ਨੂੰ ਕੁਝ ਚੋਰ ਚੋਰੀ ਕਰਕੇ ਆ ਰਹੇ ਸਨ। ਜਦ ਉਹਨਾਂ ਨੇ ਸਿਵਾ ਮਚਦਾ ਵੇਖਿਆ ਤਾਂ ਕਹਿੰਦੇ, ਯਾਰ ਆਪਾਂ ਚੋਰੀ ਦਾ ਸਮਾਨ ਕਿਉਂ ਨਾ ਇੱਥੇ ਚਾਨਣ ਵਿੱਚ ਬੈਠ ਕੇ ਵੰਡ ਲਈਏ। ਚੋਰਾਂ ਨੇ ਸਿਵੇ ਦੇ ਚਾਨਣ ਵਿੱਚ ਬੈਠ ਸਮਾਨ ਢੇਰੀ ਕਰ ਦਿੱਤਾ। 4 ਚੋਰ ਸਨ, ਉਹਨਾਂ ਨੇ 4 ਬਰਾਬਰ ਦੀਆਂ ਢੇਰੀਆਂ ਪਾ ਲਈਆਂ। ਆਪੋ ਆਪਣੀ ਜਿਹੜੀ ਮਰਜ਼ੀ ਚੁੱਕ ਲਵੋ। ਸਾਰੇ ਮੌਜ ਮਸਤੀ ਵਿੱਚ ਇੱਕ ਦੂਸਰੇ ਨੂੰ ਆਖ ਰਹੇ ਸਨ। ਬੁੜੀ ਮੜੀ ਵਿੱਚੋਂ ਨਿਕਲ ਕੇ ਕਹਿੰਦੀ, ਮੇਰੀ ਢੇਰੀ ਕਿਹੜੀ ਹੈ? ਭਾਈ ਬਸ ਫਿਰ ਕੀ ਸੀ, ਚਾਰੋਂ ਦਾ ਭੂਤ ਭੂਤ ਕਰਦੇ ਛੂੰਟ ਵੱਟ ਗਏ। ਬੁੜੀ ਨੇ ਸਮਾਨ ਇਕੱਠਾ ਕੀਤਾ ਤੇ ਘਰ ਆਬੂਆ ਖੜਕਾਇਆ। ਮਾੜੂ ਨੇ ਜਦ ਬੇਬੇ ਵੇਖੀ ਤਾਂ ਕਹਿੰਦਾ, ਮਾਂ ਤੂੰ ਕਿੱਧਰੋਂ ਆ ਗਈ? ਮੈਂ ਤਾਂ ਤੈਨੂੰ ਹੱਥੀ ਲਾਂਬੂ ਲਾ ਕੇ ਆਇਆ ਸੀ। ਵੇ ਸਾਹ ਤਾਂ ਲੈਣ ਦੇ, ਦੱਸਦੀ ਆਂ ਕੀ ਭਾਣਾ ਵਰਤਿਆ ਮੇਰੇ ਨਾਲ, ਕਾਹਲਾ ਕਿਉਂ ਪੈਂਦਾ ਹੈ? ਪਹਿਲਾਂ ਆਹ ਸਮਾਨ ਤਾਂ ਫੜ ਲੈ। ਮਾਂ ਇਹ ਕੀ ਹੈ? ਨਾਲੇ ਤੂੰ ਕਿਵੇਂ ਬਚ ਗਈ? ਵੇ ਪੁੱਤ, ਮੈਂ ਜਦ ਧਰਮਰਾਜ ਕੋਲ ਗਈ ਤਾਂ ਉਹ ਕਹਿੰਦਾ, ਮਾਈ ਹਾਲੇ ਤਾਂ ਤੇਰੀ ਉਮਰ ਬੜੀ ਪਈ ਹੈ। ਮੈਂ ਕਿਹਾ, ਧਰਮਰਾਜ ਜੀ ਮੈਂ ਬਹੁਤ ਦੁਖੀ ਹਾਂ, ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਵੋ। ਉਹ ਕਹਿੰਦਾ, ਮਾਈ ਫਿਕਰ ਕਾਹਦਾ ਕਰਦੀ ਐ, ਜਿੰਨਾ ਮਰਜ਼ੀ ਸੋਨਾ ਚਾਂਦੀ ਦੌਲਤ ਲੈ ਜਾ ਸਕਦੀ ਹੈ ਚੁੱਕ ਕੇ। ਇਹ ਪੋਟਲੀ ਵਿੱਚ ਉਹੀ ਸਾਰਾ ਸਮਾਨ ਹੈ
ਜਿਹੜਾ ਧਰਮਰਾਜ ਦੇ ਖਜ਼ਾਨੇ ਵਿੱਚੋਂ ਮੈਂ ਬੁੱਢੀ ਠੋਰੀ ਚੁੱਕ ਕੇ ਲੈ ਆਈ ਹਾਂ। ਨੂੰਹ ਨੇ ਮਾੜੂ ਹੱਥੋਂ ਝਪੱਟਾ ਮਾਰ ਕੇ ਸਮਾਨ ਫੜ ਲਿਆ ਤੇ ਭੋਰਾ ਸਮਾਨ ਹੋਰ ਚੁੱਕ ਲਿਆਂਦੀ। ਤੇਰੀ ਜਾਨ ਨਿਕਲਦੀ ਸੀ। ਆਪ ਸਮਾਨ ਸਿਰ ਵਿੱਚ ਮਾਰਨਾ ਤੁਸੀਂ। ਇੰਜ ਕਰੋ ਜੀ, ਹੁਣ ਮੇਰੇ ਵਾਸਤੇ ਰੋਜ਼ ਪਾਥੀਆਂ ਸੁੱਟ ਕੇ ਆਇਆ ਕਰੋ। ਮੈਂ ਲਿਆਊਂ ਪੰਡ ਬੰਨ੍ਹ ਕੇ, ਸਾਰੀ ਉਮਰ ਖਾਂਦਾ ਨਹੀਂ ਮੁੱਕਣਾ। ਮਾੜੂ ਕਹਿੰਦਾ, ਰਹਿਣ ਦੇ, ਪਰ ਉਹ ਕਿੱਥੋਂ ਆਖੇ ਲੱਗਦੀ ਸੀ। ਅੜਬ ਕੁੱਕੜ ਖੁੰਡੇ ਦਾ ਖੂਹ ਉਹ ਵਿਚਾਰਾ। ਹੁਣ ਤੀਵੀਂ ਵਾਸਤੇ ਬਾਲਣ ਸੁੱਟਣ ਲੱਗ ਪਿਆ। ਜਦ ਫਿਰ 6:45 ਦਾ ਟਾਈਮ ਹੋ ਗਿਆ ਤਾਂ ਤੀਵੀਂ ਤੁਰ ਪਈ। ਚੰਗੀ ਤਰ੍ਹਾਂ ਚਿਖਾ ਚਿਣ ਕੇ ਅੱਗ ਲਾ ਦਿੱਤੀ ਤੇ ਘਰ ਆ ਗਿਆ। ਅੱਧੀ ਕੁ ਰਾਤ ਲੰਘ ਗਈ ਤਾਂ ਉੱਠ ਬਿੜਕਾ ਲੈਣ ਲੱਗਾ। ਮਾਂ, ਤੂੰ ਤਾਂ ਇਸ ਵੇਲੇ ਤੱਕ ਆ ਗਈ ਸੀ, ਪਰ ਉਹ ਹਾਲੇ ਤੱਕ ਨਹੀਂ ਆਈ। ਪੁੱਤ, ਮੈਂ ਬੁੱਢੀ ਠੋਰੀ ਸੀ, ਨਾਲੇ ਸਮਾਨ ਥੋੜ੍ਹਾ ਸੀ, ਉਸਦੇ ਕੋਲ ਜ਼ਿਆਦਾ ਹੋਊ, ਆ ਜਾਊਗੀ, ਹੌਸਲਾ ਰੱਖ। ਮਾਂ, ਹੁਣ ਤਾਂ ਚਿੜੀਆਂ ਵੀ ਚੁਗਣ ਲੱਗ ਪਈਆਂ, ਉਸਦਾ ਕਿਤੇ ਨਾਮ ਨਿਸ਼ਾਨ ਨਹੀਂ। ਮੇਰੇ ਝੱਲੇ ਪੁੱਤਰਾ, ਨਾਮ ਨਿਸ਼ਾਨ ਤਾਂ ਨਸਲ ਦਾ ਰਹਿੰਦਾ, ਬੇਨਸਲੇ ਦਾ ਨਹੀਂ। ਐਵੇਂ ਨਹੀਂ ਸਿਆਣੇ ਕਹਿੰਦੇ, ਮੱਝ ਲਾਣੇ ਦੀ ਤੇ ਧੀ ਘਰਾਣੇ ਦੀ ਚੰਗੀ ਹੁੰਦੀ ਹੈ। ਪੁੱਤ, ਤੂੰ ਛੋਟਾ ਹੁੰਦਾ ਸੀ, ਜਦ ਬੋਲਣ ਲੱਗਾ ਤਾਂ ਕਾਂ ਨੂੰ ਵੇਖ ਸਾਡੇ ਖਹਿੜੇ ਪੈ ਗਿਆ। ਮਾਂ, ਕਾਂ ਕਾਂ। ਹਾਂ ਪੁੱਤ, ਕਾਂ। ਬਾਪੂ, ਉਹਨੇ ਵੀ ਕਿਹਾ। ਗੱਲ ਇਹ ਕਿ ਤੂੰ ਜਿੰਨੀ ਵਾਰ ਕਾਂ ਕਿਹਾ ਅਸੀਂ ਨਹੀਂ ਅੱਕੇ, ਪਰ ਅੱਜ ਤੂੰ ਤੀਵੀਂ ਪਿੱਛੇ ਲੱਗ ਕੇ ਮੈਨੂੰ ਘਰੋਂ ਕੱਢਤਾ। ਪਰ ਮਾੜਿਆਂ ਦਾ ਵੀ ਰੱਬ ਹੁੰਦਾ। ਮੈਂ ਤਾਂ ਕਿਨਾਰਾ ਕਰ ਗਈ ਸੀ, ਪਰ ਉਹ ਨਾ ਹਟੀ। ਅਖੀਰ ਅੱਖ ਤੇ ਰੱਬ ਦਾ ਵੈਰ ਹੈ। ਨਾਲ ਹੀ ਸਾਰੀ ਗੱਲ ਦੱਸ ਦਿੱਤੀ ਕਿ ਗੰਗਾ ਗਈਆਂ ਹੱਡੀਆਂ ਨਹੀਂ ਮੁੜੀਆਂ। ਮੈਂ ਤਾਂ ਆਹ ਚਾਲ ਖੇਡੀ ਸੀ, ਤੂੰ ਤਾਂ ਉਸਨੂੰ ਸੱਚੀ ਫੂਕ ਆਇਆ। ਹੁਣ ਤੱਕ ਮਾੜੂ ਦੇ ਸਾਰੀ ਗੱਲ ਸਮਝ ਆ ਗਈ ਸੀ। ਉਸਨੇ ਮਾਂ ਦੇ ਪੈਰੀਂ ਹੱਥ ਲਾ ਕੇ ਮਾਫ਼ੀ ਮੰਗੀ। ਮਾਂ ਨੇ ਮੋਢਿਆਂ ਤੋਂ ਫੜ ਕੇ ਸੀਨੇ ਲਾਇਆ। ਔਲਾਦ ਜਿਹੋ ਜੀ ਮਰਜ਼ੀ ਹੋਵੇ, ਮਾਂ ਪਿਓ ਨੂੰ ਉਹੋ ਜਿਹੀ ਹੀ ਪਿਆਰੀ ਲੱਗਦੀ ਹੈ। ਰੰਨਾਂ ਰੰਨਾਂ ਹੁੰਦੀਆਂ ਨੇ ਤੇ ਮਾਵਾਂ ਮਾਵਾਂ ਹੀ ਹੁੰਦੀਆਂ ਨੇ। ਤੇਰੀ ਤੀਵੀਂ ਨੇ ਆਪਣਾ ਬੀਜਿਆ ਵੱਢ ਲਿਆ। ਹੁਣ ਮੈਂ ਤੇਰਾ ਚੰਗੇ ਖਾਨਦਾਨ ਦੀ ਕੁੜੀ ਨਾਲ ਵਿਆਹ ਕਰੂੰਗੀ, ਜਿਹੜੀ ਆਪਾਂ ਨੂੰ ਰੋਟੀ ਟੁੱਕ ਦੇਣ ਲੱਗੇ ਮੱਥੇ ਤਿਉੜੀ ਨਾ ਪਾਵੇ। ਕਿਉਂਕਿ ਸਿਆਣੇ ਕਹਿੰਦੇ ਹਨ, ਮੱਚਦਾ ਚੁੱਲ੍ਹਾ ਢਿੱਡ ਵਾਸਤੇ ਰੋਟੀ ਦਾੜ ਸਕਦਾ, ਪਰ ਮੱਚਿਆ ਬੰਦਾ ਰੋਟੀ ਵਾਸਤੇ ਢਿੱਡ ਪਾੜ ਸਕਦਾ। ਇਹ ਸੀ ਮੇਰੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ। ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।